हाँ जी। उदय जी ਤੁਸੀਂ ਐਸੇ ਸੈਂਡ ਕੀਤਾ ਮੈਨੂੰ ਹੁਣੇ। ਤੋ ਲੈਟਸ ਚੈੱਕ ਦਿਸ ਐਸੇ ਕੀ ਮਿਸਟੇਕਸ ਨੇ ਤੇ ਕੀ ਫੀਡਬੈਕ ਹੈ। ਧਿਆਨ ਨਾਲ ਸਮਝ ਲਿਓ ਸਾਰਾ ਕੁਝ। ਸੋ ਟੌਪਿਕ ਹੈਗਾ ਸੀ ਕਿ ਜਿਹੜੇ ਸਪੋਰਟਸ ਸੈਲੀਬ੍ਰਿਟੀਜ਼ ਹੁੰਦੇ ਨੇ ਉਹ ਰੋਲ ਮਾਡਲ ਦਾ ਕੰਮ ਕਰਦੇ ਨੇ ਕਈਆਂ ਲਈ, ਯੰਗਸਟਰਸ ਲਈ, ਜੋ ਅਸੀਂ ਕਲਾਸ ਡਿਸਕਸ ਕੀਤਾ ਸੀ ਇਨ ਦਾ ਇਵੋਲਵਿੰਗ ਲੈਂਡਸਕੇਪ ਆਫ। ਸੋ ਮੈਂ ਸਟੇਟਮੈਂਟ ਸਾਰਿਆਂ ਨੂੰ ਸਮਝਾ ਦਿੰਦਾ ਵਾ ਕਿਉਂਕਿ ਦੂਸਰੇ ਵੀ ਸਟੂਡੈਂਟਸ ਦੇਖ ਸਕਦੇ ਨੇ। ਦੇ ਕੈਨ ਅੰਡਰਸਟੈਂਡ ਦ ਐਸੇ role model. I guess sports stars लिखा सी maybe. Yeah, this is a statement. Successful sports stars and glamorous film stars. ਐਸੇ ਜਿਹੜਾ ਹੈਗਾ ਵਾ ਇਸ ਕੈਂਡੀਡੇਟ ਨੂੰ ਜਿਨ੍ਹਾਂ ਨੇ ਭੇਜਿਆ ਮਿਸਟਰ ਉਦੇ, ਇਹਨਾਂ ਨੂੰ ਐਗਜ਼ਾਮ 'ਚ ਵੀ ਸੇਮ ਸਟੇਟਮੈਂਟ ਆਈ ਸੀ 2-3 ਮਹੀਨੇ ਪਹਿਲਾਂ। ਸਕਸੈਸਫੁਲ ਸਪੋਰਟਸ ਸਟਾਰਸ ਐਂਡ ਗਲੈਮਰਸ ਫਿਲਮ ਸਟਾਰਸ ਐਕਟ ਐਜ਼ ਰੋਲ ਮਾਡਲਸ ਫॉर ਯੰਗਸਟਰਸ। ਕਹਿੰਦਾ ਜਿਹੜੇ ਸਕਸੈਸਫੁਲ ਸਪੋਰਟਸ ਸਟਾਰਸ ਨੇ, ਜਿਹੜੇ ਬੜੇ ਅਚੀਵਮੈਂਟ ਲੈ ਕੇ ਬੈਠੇ ਨੇ, ਸਪੋਰਟਸ ਪਰਸਨੈਲਿਟੀਜ਼ ਐਂਡ ਗਲੈਮਰਸ ਫਿਲਮ ਸਟਾਰਸ ਕੌਣ ਨੇ? ਦੋਜ਼ ਜਿਹੜੇ ਕਾਫੀ ਹਾਈਲਾਈਟ ਰਹਿੰਦੇ, ਮਤਲਬ ਜਿਨ੍ਹਾਂ ਦੀ ਕਾਫੀ ਪਪੂਲਰ ਹੈ, ਪਪੂਲੈਰਿਟੀ ਬੜੀ, ਫੈਨ ਫੋਲੋਇੰਗ ਬੜੀ ਹੈ। ਕਹਿੰਦਾ ਉਹ ਕਈਆਂ ਜਿਹੜੇ ਆ ਵਾਲੇ ਸੈਲੀਬ੍ਰਿਟੀਜ਼ ਹੁੰਦੇ ਨਾ, ਉਹ ਯੰਗਸਟਰਸ ਦੇ ਰੋਲ ਮਾਡਲ ਦਾ ਕੰਮ ਕਰਦੇ ਨੇ। ਲੋਕੀ ਇਹਨਾਂ ਨੂੰ ਫੋਲੋ ਬੜੇ ਕਰਦੇ ਆ, ਸਮਝਦੇ ਕਿ ਅਸੀਂ ਇਹਨਾਂ ਵਰਗ ਬਣਨਾ। ਤੁਸੀਂ ਇਹਨੂੰ ਸਪੋਰਟ ਕਰਦੇ ਕਿ ਨਹੀਂ ਕਰਦੇ? ਇਹ ਇਹਦਾ ਸਟੇਟਮੈਂਟ ਦਾ ਮੇਨ ਮੀਨਿੰਗ ਹੈ। ਨਾਓ ਲੈਟਸ ਫਾਈਂਡ ਆਊਟ ਇਹਨਾਂ ਨੇ ਜੋ ਜੋ ਤੁਸੀਂ ਲਿਖਿਆ, ਤੇ ਆਪਾਂ ਚ ਗਲਤੀਆਂ ਕੱਢ ਕੇ ਤੇ ਇਹਨੂੰ ਸਹੀ ਕਰਦੇ ਹਾਂ ਐਸੇ। ਇਨ ਦਾ ਇਵੋਲਵਿੰਗ ਲੈਂਡਸਕੇਪ ਆਫ ਮਾਡਰਨਾਈਜੇਸ਼ਨ ਰੋਲ ਮਾਡਲਸ ਫॉर ਯੰਗਸਟਰਸ। ਕਈ ਐਸੇ 'ਚ ਨਾ ਤੁਹਾਨੂੰ ਇਹੋ ਜਿਹੀ ਚੀਜ਼ ਨਹੀਂ ਸਮਝ ਲੱਗੇਗੀ, ਜਿਵੇਂ ਟੈਕਨੋਲੋਜੀ 'ਚ ਹੈ, ਵਰਡ ਲਾਈਨ ਅੱਛੀ ਚੱਲ ਜਾਂਦੀ ਹੈ, ਐਜੂਕੇਸ਼ਨ ਚੱਲ ਜਾਂਦੀ ਹੈ, ਬਟ ਇਹੋ ਜਿਹੇ ਐਸੇ 'ਚ ਨਹੀਂ ਪਤਾ ਲੱਗਦਾ। ਸੋ ਮੈਂ ਸਟੂਡੈਂਟਸ ਨੂੰ ਇਹੀ ਕਹਿਣਾ ਹੁੰਦਾ ਕਿ ਛੱਡ ਦਿਓ ਚੀਜ਼ ਨੂੰ, ਫਿਰ ਇਨ ਰੀਸੈਂਟ ਈਅਰਸ ਲਿਖ ਲਿਆ ਕਰੋ। ਦਿਸ ਆਲਸੋ ਵਰਕਸ ਵੰਡਰਫੁਲੀ। ਓਕੇ। ਜਿਨ੍ਹਾਂ ਸਟੂਡੈਂਟਸ ਨੂੰ ਨਹੀਂ ਸਮਝ ਲੱਗ ਰਿਹਾ ਕਿ ਕਈ ਐਸੇ 'ਚ ਨਹੀਂ ਪਤਾ ਲੱਗਦਾ ਕੀ ਲਿਖੀਏ, ਜਾਂ ਫਿਰ ਕਈ ਐਸੇ 'ਚ ਫਿੱਟ ਨਹੀਂ ਬੈਠਦਾ ਕੋਈ ਵਰਡ, ਤੁਸੀਂ ਇਹਨੂੰ ਇਨ ਰੀਸੈਂਟ ਈਅਰਸ ਲਿਖ ਦਿਓ, ਰਾਦਰ ਕਿ ਆਪਾਂ ਗਲਤ ਲਿਖੀਏ, ਰਾਦਰ ਦੈਨ ਆਪਾਂ ਇਹ ਲਿਖ ਦਿੰਦੇ ਹਾਂ। ਰੋਲ ਮਾਡਲਸ ਫॉर ਯੰਗਸਟਰਸ ਹੈਜ਼ ਬੀਨ ਡਿਬੇਟ ਆਫ। ਕਹਿੰਦਾ ਜਿਹੜੇ ਰੋਲ ਮਾਡਲਸ ਹੈਗੇ ਆ ਉਹ ਡਿਬੇਟ ਦਾ ਹਿੱਸਾ ਬਣ ਚੁੱਕੇ ਨੇ, ਡਿਬੇਟ ਦਾ ਪਾਰਟ ਬਣ ਚੁੱਕੇ ਨੇ। ਤੇ ਇਹਨਾਂ ਨੇ ਪਹਿਲੀ ਗਲਤੀ ਕੀ ਕੀਤੀ ਹੈ, ਇੱਥੇ ਆ ਨਹੀਂ ਲਗਾਇਆ ਹੈਜ਼ ਬੀਨ ਦਾ ਸਬਜੈਕਟ ਆਫ। ਠੀਕ ਹੈ, ਇਹ ਵਾਲਾ ਵਰਡ ਲਗਾਉਣਾ ਸੀ ਉਸ ਤੋਂ ਬਾਅਦ। ਤੇ ਇਹਦੇ ਵਿੱਚ ਆਹ ਲਾਈਨ ਸੈਂਡ ਨਹੀਂ ਮਤਲਬ ਸਹੀ ਨਹੀਂ ਲੱਗਦੀ ਵੀ। ਰੋਲ ਮਾਡਲ ਜਿਹੜੇ ਇੱਕ ਸਬਜੈਕਟ ਬਣ ਚੁੱਕੇ ਨੇ ਕੰਸੀਡਰੇਬਲ ਦਾ, ਨਹੀਂ ਆਪਾਂ ਲਿਖ ਦਾਂਗੇ ਵਰਬ ਤੋਂ ਸਟਾਰਟ ਕਰੀਏ, ਕੰਸੀਡਰਿੰਗ ਸਪੋਰਟਸ ਜਾਂ ਸਕਸੈਸਫੁਲ। ਆਪਾਂ ਲਿਖੀਏ ਕੰਸੀਡਰਿੰਗ ਸਕਸੈਸਫੁਲ ਸੈਲੀਬ੍ਰਿਟੀਜ਼ ਐਜ਼ ਰੋਲ ਮੋਡਲਸ। ਠੀਕ ਹੈ, ਇਸ ਤਰ੍ਹਾਂ ਕਿ ਸਕਸੈਸਫੁਲ ਸੈਲੀਬ੍ਰਿਟੀਜ਼ ਨੂੰ ਰੋਲ ਮਾਡਲਸ ਮੰਨਣਾ, ਮੰਨਣਾ ਮਤਲਬ ਕੰਸੀਡਰ ਕਰਨਾ ਇੱਕ ਡਿਬੇਟੇਬਲ ਇਸ਼ੂ ਬਣ ਚੁੱਕਾ ਹੈ। ਜੋ ਅਸੀਂ ਲਿਖਿਆ ਉਹ ਠੀਕ ਲਿਖਿਆ। ਸੋ ਇਸ ਤਰ੍ਹਾਂ ਲਾਈਨ ਸੈਂਡ ਮਤਲਬ ਸਹੀ ਲੱਗਦੀ ਹੈ, ਇਟ ਲੁਕਸ ਫਾਈਨ, ਬਟ ਉਸ ਤਰ੍ਹਾਂ ਨਹੀਂ ਲੱਗਦੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਲਿਖਿਆ ਸੀ। ਵਾਈਲ ਸਮ ਐਡਵੋਕੇਟ दैट ਫੇਮਸ ਸੈਲੀਬ੍ਰਿਟੀਜ਼ ਸੋਸ਼ਲ ਮੀਡੀਆ ਸਟਾਰਸ। ਸੈਲੀਬ੍ਰਿਟੀ ਸਿੱਧਾ ਨਹੀਂ ਲਿਖਣਾ, ਇੱਦਾਂ ਉਦੋਂ ਤੁਸੀਂ ਲਿਖਦੇ ਪਏ ਉਹ ਬੰਦਾ ਪਿਆ ਸੈਲੀਬ੍ਰਿਟੀ ਦਾ, ਵਾਈ ਨਾ ਪੋਸਟ ਫੇਸ, ਉਹ ਸੈਂਸ ਨਹੀਂ ਬੰਦੀ। ਸੋ ਫੇਮਸ ਸੈਲੀਬ੍ਰਿਟੀਜ਼ ਐਂਡ ਸੋਸ਼ਲ ਮੀਡੀਆ ਸਟਾਰਸ ਇੰਜ ਵੀ ਲਿਖ ਸਕਦੇ ਆ। ਸੋ ਦੇਖੋ ਇਹਨਾਂ ਨੂੰ ਮੈਂ ਗਾਈਡ ਕੀਤਾ ਸੀ, ਸੇਮ ਇਹਨਾਂ ਨੇ ਮੈਂਸ਼ਨ ਕੀਤਾ ਸੋਸ਼ਲ ਮੀਡੀਆ ਸਟਾਰਸ ਵੀ ਕਹਿ ਸਕਦੇ ਆ ਇਹਨਾਂ ਨੂੰ, ਕਿਉਂਕਿ ਸੋਸ਼ਲ ਮੀਡੀਆ ਸਟਾਰਸ ਹੁੰਦੇ, ਐਥਲੀਟਸ ਹੁੰਦੇ ਨੇ, ਪਲੇਅਰਸ ਹੁੰਦੇ ਨੇ। ਠੀਕ ਹੈ, ਸਕਸੈਸਫੁਲ ਹੁੰਦੇ ਨੇ, ਪਪੂਲਰ ਹੁੰਦੇ ਨੇ, ਮੂਵੀ ਸਟਾਰਸ ਹੁੰਦੇ ਨੇ, ਸੋ ਸਪੋਰਟਸ ਪੀਪਲ ਹੁੰਦੇ ਨੇ, ਬਹੁਤ ਇਹਦੇ ਸਿਨੋਨਿਮਸ ਹੁੰਦੇ ਨੇ। ਸੋ ਫੇਮਸ ਸੈਲੀਬ੍ਰਿਟੀਜ਼ ਅਤੇ ਜਾਂ ਪਰਸਨੈਲਿਟੀਜ਼ ਜਾਂ ਫਿਰ the social media stars act as a role model for today's young generation. Others strongly oppose this idea। ਚਲੋ ਐਸਾ ਲਿਖ ਸਕਦੇ ਆ ਕਿ ਹਾਂ ਕੁਝ ਲੋਕੀ ਕਹਿੰਦੇ ਨੇ ਕਿ ਆ ਜਿਹੜੇ ਹੈਗੇ ਆ ਠੀਕ ਹੈ, ਕੁਝ ਲੋਕੀ ਇਹਨੂੰ ਅਪੋਜ਼ ਕਰਦੇ ਨੇ। ਹਾਲਾਂਕਿ ਜੇ ਇਹਨੂੰ ਮੈਂ ਸਹੀ ਕਰਾਂ ਨਾ, ਐਗਜ਼ੈਕਟਲੀ ਜੇ ਸਹੀ ਲਿਖਣਾ ਹੋਵੇ, ਉਹ ਫਿਰ ਇਸ ਤਰ੍ਹਾਂ ਬਣੇਗਾ। ਤੁਸੀਂ ਵਾਈਲ ਵਾਲਾ ਲਿਖੋ ਹੀ ਨਾ ਭਾਵੇਂ। ਫੋਰ ਐਗਜ਼ਾਮਪਲ ਜੇ ਤੁਸੀਂ ਇਹ ਵਾਈਲ ਵਾਲਾ ਪਾਰਟ ਨਾ ਲਿਖੋ, ਸਿਰਫ ਇਹੀ ਕਹਿ ਦਿਓ ਕਿ ਕੁਝ ਲੋਕੀ ਕਹਿੰਦੇ ਨੇ ਕਿ ਆ ਠੀਕ ਹੁੰਦਾ। ਠੀਕ ਹੈ, ਜੇ ਆਪਾਂ ਲਿਖਣਾ ਵੀ ਹੈ ਨਾ, ਵਾਈਲ ਸਮ ਐਡਵੋਕੇਟ that this act as a role model today's generation। ਤੁਸੀਂ ਇਦਾਂ ਲਿਖੋ, taking famous celebrities and stars as a role model is beneficial। ਤੁਸੀਂ ਇਦਾਂ ਥੋੜਾ ਜ਼ਿਆਦਾ ਸਹੀ ਲੱਗਦਾ ਜੇ ਕਿ taking famous celebrities and social media stars
एक्ट नहीं लिखना फिर ते, एज ए रोल मॉडल, टेक दैम एज ए रोल मॉडल, टेकिंग दैम नाम लिखਿਆ ਐਜ਼ ਅ ਰੋਲ ਮੋਡਲ ਫॉर ਟੂਡੇਜ਼ ਯੰਗ ਜਨਰੇਸ਼ਨ ਇਜ਼ ਬੈਨੀਫੀਸ਼ੀਅਲ, ਅਦਰ ਸਟਰੋਂਗਲੀ ਇਹਨੂੰ ਅਪੋਜ਼ ਕਰਦੇ ਨੇ। ਦਿਸ ਐਸੇ ਐਗਜ਼ਾਮਿਨਸ ਦਾ ਕੀ ਐਡਵਾਂਟੇजेस ਆਫ, ਹੁਣ ਅਸੀਂ ਇਹਦੇ ਵਾਲੇ ਐਡਵਾਂਟੇजेस ਨਹੀਂ ਲਿਖਣ ਲੱਗੇ, ਮਤਲਬ ਇਸ ਤਰ੍ਹਾਂ ਨਹੀਂ ਲਿਖਣਾ, ਸੈਂਸ ਨਹੀਂ ਬਣਦੀ ਨਾ, ਤਾਂ ਕੀ ਐਡਵਾਂਟੇजेस ਆਫ ਫੇਮਸ ਰੋਲ ਮੋਡਲਸ। ਅਸੀਂ ਇੱਥੇ ਕੁਝ ਨਾ ਵੀ ਲਿਖੀ ਤਾਂ ਵੀ ਚੱਲ ਜਾਂਦਾ, ਜੇ ਨਹੀਂ ਸਮਝ ਲੱਗਦੀ ਤੇ ਗਲਤ ਨਾ ਲਿਖਿਆ ਕਰੋ ਪਲੀਜ਼। ਤੁਸੀਂ ਇਹਦਾ ਲਿਖ ਸਕਦੇ ਹੋ, ਜਿਵੇਂ ਉਹਨਾਂ ਨੇ ਕਿਹਾ ਕਿ ਸਪੋਰਟ ਕਰਦੇ ਨਹੀਂ ਕਰਦੇ, ਬੇਸਿਕਲੀ ਚ ਐਡਵਾਂਟੇਜ ਡਿਸਐਡਵਾਂਟੇਜ ਵੀ ਲਿਖ ਸਕਦੇ ਹਾਂ, ਜੇ ਨਹੀਂ ਸਮਝ ਆਉਂਦਾ ਤੇ ਕੀ ਰੀਜ਼ਨਸ ਵੀ ਲਿਖ ਸਕਦੇ ਹਾਂ, ਕਿ ਉਹਨਾਂ ਦੇ ਮੈਂ ਰੀਜ਼ਨ ਦੱਸਾਂਗਾ, ਫੈਕਟਰ ਦੱਸਾਂਗਾ, ਹੈ ਨਾ, ਬੋਥ ਕੈਨ ਬੀ ਰਿਟਨ। ਫॉर एग्जांपल ਅਸੀਂ ਲਿਖਦੇ ਹਾਂ ਦ ਦਿਸ ਐਸੇ ਐਗਜ਼ਾਮ ਇਜ਼ ਦ ਕੀ ਐਡਵਾਂਟੇजेस ਆਫ ਦਿਸ ਟ੍ਰੈਂਡ, ਮੈਂ ਇਸ ਟ੍ਰੈਂਡ ਕਿਉਂਕਿ ਟ੍ਰੈਂਡ ਹੀ ਚੱਲਦਾ ਪਿਆ ਨਾ, ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਣਾ ਇੱਕ ਟ੍ਰੈਂਡ ਚੱਲਦਾ ਪਿਆ, ਸੋ ਤੁਸੀਂ ਇਹ 'ਚ ਲਿਖ ਦਿਓ, ਰਾਦਰ ਗਲਤ ਨਾ ਲਿਖੋ, ਉਹ ਜੋ ਤੁਸੀਂ ਲਿਖਿਆ ਸਹੀ ਨਹੀਂ ਲੱਗਦਾ ਪਿਆ। ਦਿਸ ਐਸੇ ਐਗਜ਼ਾਮ ਇਜ਼ ਦ ਕੀ ਐਡਵਾਂਟੇजेस ਆਫ ਦਿਸ ਟ੍ਰੈਂਡ ਸਪੋਰਟਡ ਬਾਈ ਰੈਲੇਵੈਂਟ ਆਰਗੂਮੈਂਟਸ ਐਂਡ ਕੰਕਲੂਡਿੰਗ ਵਿਊ ਪੁਆਇੰਟ। ਔਨ ਦ ਵਨ ਹੈਂਡ ਦ ਮੋਸਟ ਪ੍ਰੋਮਿਨੈਂਟ ਐਡਵਾਂਟੇਜ ਸਟੈਮਸ ਦ ਫੈਕਟ ਦੈਟ, ਐਂਡ ਮੈਂ ਕਈ ਪਹਿਲਾਂ ਨਾ ਮੇਰੇ ਇੱਥੇ ਨਾ ਅੱਜ ਕੱਲ੍ਹ ਮੈਂ ਥੋੜਾ ਚੇਂਜਸ ਵੀ ਕਰਾਏ ਨੇ ਕਈ ਸਟੂਡੈਂਟਸ ਨੂੰ। ਤੁਸੀਂ ਇਸ ਤੋਂ ਪਹਿਲਾਂ ਨਾ ਇਹ ਲਾਈਨ ਇਸ ਤਰ੍ਹਾਂ ਕਰ ਸਕਦੇ ਹੋ ਸਟਾਰਟ, ਕਿ ਔਨ ਦਾ ਵਨ ਹੈਂਡ ਨਾ ਲਿਖੋ, ਕਿਉਂਕਿ ਔਨ ਦਾ ਵਨ ਹੈਂਡ ਲਿਖਣ ਤੋਂ ਬਾਅਦ ਤੁਹਾਨੂੰ ਨਾ ਔਨ ਦਾ ਅਦਰ ਹੈਂਡ ਥੱਲੇ ਲਿਖਣਾ ਪੈਂਦਾ ਹੈ। ਤਾਂ ਤੁਸੀਂ ਇਹਨੂੰ ਨਾ ਕਰੋ, ਇੱਥੇ ਪਤਾ ਕੀ ਕਰੋ, ਟੂ ਬਿਗਿਨ ਵਿਦ ਇੰਜ ਲਿਖਿਆ ਕਰੋ, ਟੂ ਬਿਗਿਨ ਵਿਦ ਇਹ ਲਾਈਨ ਐਡ ਕਰੋ। ਸਭ ਤੋਂ ਪਹਿਲਾਂ ਆਪਾਂ ਐਸੇ ਦੀ ਫਸਟ ਲਾਈਨ ਲਿਖਾਂਗੇ ਕਿ ਹਾਂ ਇਹ ਸੋਰੀ ਇਹ ਪੈਰਾ ਲਿਖਾਂਗੇ ਕਿ ਪੈਰਾਗ੍ਰਾਫ 'ਚ ਮੈਂ ਕੀ ਕਹਿਣ ਜਾ ਰਿਹਾ, ਫਿਰ ਅੱਗੇ ਫਸਟ ਪੁਆਇੰਟ ਲਿਖਾਂਗੇ ਮੋਸਟ ਪ੍ਰੋਮਿਨੈਂਟ ਯੂਜ਼ ਕਰਕੇ, ਜਿਸ ਤਰ੍ਹਾਂ ਕਿ ਟੂ ਬਿਗਿਨ ਵਿਦ देयर आर ਸੈਵਰਲ, ਠੀਕ ਹੈ। ਹੁਣ ਆਪਾਂ ਐਡਵਾਂਟੇजेस ਦੀ ਗੱਲ ਕਰ ਰਹੇ ਹਾਂ, ਤਾਂ ਉਹੀ ਲਿਖ ਦਿਓ, benefits of following following successful sports people and uh, कह सकते फिल्म पर्सनैलिटीज, या तो सी पस लिख दो सी पर्सनैलिटीज ही लिख दो, पर्सनैलिटीज। ਸੋ ਲਾਈਨ ਬਣਦੀ ਹੈ देयर आर सेवरल benefits of this, ਇਹਨਾਂ ਨੂੰ ਕੰਸੀਡਰ ਕਰਨਾ ਜਾਂ ਫਿਰ ਇਹਨਾਂ ਨੂੰ ਫੋਲੋ ਕਰਨ ਦੇ ਕਾਫੀ ਬੈਨੀਫਿਟਸ ਹੁੰਦੇ ਨੇ। ਜਿਸ ਤਰ੍ਹਾਂ ਤੁਸੀਂ ਲੈਟ ਸਪੋਜ਼ ਕੈਸ਼ਲੈਸ ਸੋਸਾਇਟੀ ਲਿਖਣ ਲੱਗੇ ਹੋ, देयर आर सेवरल benefits of using cashless currencies, there are several benefits of using ਆਰਟੀਫਿਸ਼ਲ ਇੰਟੈਲੀਜੈਂਸ ਜਾਂ ਅਡੋਪਟਿੰਗ ਆਰਟੀਫਿਸ਼ਲ ਇੰਟੈਲੀਜੈਂਸ। ਸੋ ਇਸ ਤਰ੍ਹਾਂ ਪਹਿਲੀ ਲਾਈਨ ਨੂੰ ਪਹਿਲਾਂ ਮੈਂਸ਼ਨ ਕਰੋ, ਇਸ ਤਰ੍ਹਾਂ ਇਹ ਜ਼ਿਆਦਾ ਨੰਬਰ ਦੇ ਰਿਹਾ ਅੱਜ ਕੱਲ੍ਹ, ਠੀਕ ਹੈ। ਫਿਰ ਅੱਗੇ ਲਿਖਾਂਗੇ ਫਰਸਟਲੀ, ਫਿਰ ਇੱਥੇ ਫਰਸਟਲੀ ਲਿਖਣਾ, ਮੋਡੀਫਿਕੇਸ਼ਨ ਚਲਦੀ ਪਈ ਹੈ ਥੋੜੀ ਜੀ, ਨਾਲ ਨਾਲ ਅਪਡੇਟ ਕਰੀ ਚਲੋ ਆਪਣੇ ਫਾਰਮੈਟ ਨੂੰ। ਦ ਮੋਸਟ ਪ੍ਰੋਮੀਨੈਂਟ ਕੀ ਐਡਵਾਂਟੇਜ, ਸਭ ਤੋਂ ਵੱਡੀ ਗਲਤੀ ਹੈ ਕਿ ਪ੍ਰੋਮੀਨੈਂਟ ਤੇ ਕੀ ਦਾ ਮਤਲਬ ਸੇਮ ਹੁੰਦਾ ਹੈ। ਸੋ ਜਾਂ ਤੇ ਕੀ ਐਡਵਾਂਟੇਜ ਲਿਖੋ ਜਾਂ ਪ੍ਰੋਮੀਨੈਂਟ ਐਡਵਾਂਟੇਜ ਲਿਖੋ। ਸੋ ਕੀ will not come here. The most prominent advantage stems from the fact that famous celebrities and sports people, ਜਿਵੇਂ ਕਿ ਸਪੋਰਟਸ ਪੀਪਲ ਮੈਂ ਉੱਪਰ ਵੀ ਲਿਖਿਆ ਤੇ ਰਿਪੀਟ ਹੋ ਰਿਹਾ, ਸੋ ਮੈਂ ਉੱਪਰਲਾ ਚੇਂਜ ਕਰ ਦਿੰਦਾ, ਸਪੋਰਟਸ ਪੀਪਲ ਸੈਲੀਬ੍ਰਿਟੀਜ਼ ਫੇਮ ਸਕਸੈਸਫੁਲ ਪਰਸਨੈਲਿਟੀਜ਼ ਕਰ ਦੋ, ਸਹੀ ਹੈ, ਬਸ ਓਨਾ ਹੀ ਬੜਾ। ਸੋ ਫੇਮਸ ਸੈਲੀਬ੍ਰਿਟੀਜ਼ ਐਂਡ ਸਪੋਰਟਸ ਪੀਪਲ ਸਟੇ ਇਨ ਦਾ ਲਾਈਮਲਾਈਟ, ਇਹਨਾਂ ਲਾਈਨ ਨੂੰ ਲਾਈਨ ਦਾ ਮਤਲਬ ਹੈ ਕਿ ਜਿਹੜੇ ਵੱਡੇ ਮਸ਼ਹੂਰ ਲੋਕ ਹੁੰਦੇ ਨੇ ਜਾਂ ਸਪੋਰਟਸ ਪੀਪਲ ਹੁੰਦੇ ਨੇ, ਉਹ ਹਮੇਸ਼ਾ ਚਕਾ ਚੌਂਧ ਵਾਲੀ ਜ਼ਿੰਦਗੀ ਜਿੰਦੇ ਨੇ, ਲਾਈਕ ਉਹ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਨੇ, ਉਹਨੂੰ ਕਹਿੰਦੇ ਆ ਸਟੇ ਇਨ ਦਾ ਲਾਈਮਲਾਈਟ। ਦੇਅਰਫੋਰ ਦੇ ਹੈਵ, ਇਹਨਾਂ ਨੇ ਪਹਿਲਾਂ ਇੱਕ ਪੁਆਇੰਟ ਇੰਟਰੋਡਿਊਸ ਕੀਤਾ ਕਿ ਹਮੇਸ਼ਾ ਇਹ ਲੋਕ ਇੱਕ ਸੁਰਖੀਆਂ 'ਚ ਰਹਿੰਦੇ ਨੇ, ਇਸ ਕਰਕੇ ਉਹਨਾਂ ਦੀ ਕ੍ਰੇਜ਼ੀ ਫੈਨ ਫੋਲੋਇੰਗ ਹੁੰਦੀ ਹੈ, ਕ੍ਰੇਜ਼ੀ ਫੈਨ ਫੋਲੋਇੰਗ ਹੁੰਦੀ ਹੈ, ਸਪੈਸ਼ਲੀ ਯੰਗਸਟਰਸ ਤੇ ਟੀਨੇਜਰਸ ਦੇ ਵਿੱਚ। ਟੀਨੇਜਰਸ ਤੇ ਯੰਗਸਟਰ ਉਹਨਾਂ ਨੂੰ ਬਹੁਤ ਪਸੰਦ ਕਰਦੇ ਨੇ। ਦੀਸ ਜਾਂ ਹੁਣ ਇੱਥੇ ਹਾਲੇ ਤੱਕ ਇਹਦਾ ਫਾਇਦਾ ਨਹੀਂ ਦੱਸਿਆ, ਆਪਾਂ ਸਿਰਫ ਇਹੀ ਗੱਲ ਕਰਦੇ ਪਏ ਹਾਂ ਕਿ ਇਹ ਕੰਮ ਐਦਾਂ ਹੁੰਦਾ ਹੈ, ਹਲੇ ਇਹਦਾ ਐਡਵਾਂਟੇਜ ਨਹੀਂ ਦੱਸਿਆ ਆਪਾਂ, ਠੀਕ ਹੈ। ਸੋ ਉਸ ਤੋਂ ਬਾਅਦ ਐਡਵਾਂਟੇਜ ਵੇਖਦੇ ਹਾਂ, ਦੀਸ ਯੰਗਸਟਰਸ ਕੈਨ ਗੈਟ ਇੰਸਪਾਇਰਡ, ਪਹਿਲਾਂ ਦੱਸਿਆ ਕਿ ਸਟਾਰਟਿੰਗ ਕੀਤੀ ਹੈ ਕਿ ਹਾਂ ਰਹਿੰਦੇ ਨੇ ਲੋਕੀ ਨੂੰ ਫੋਲੋ ਕਰਦੇ ਨੇ, ਤੇ ਹਾਂ ਫਿਰ ਜਦੋਂ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਇੰਸਪਾਇਰ ਹੋ ਜਾਂਦੇ ਨੇ ਨਾ ਸਟਾਰਸ ਤੋਂ, ਤੇ ਉਹ ਆਪਣੀ ਬੋਡੀ ਬਿਲਡਿੰਗ ਵੀ ਸਟਾਰਟ ਕਰਦੇ ਆ, ਕਿਉਂਕਿ ਇਹ ਜਿਹੜੇ ਐਥਲੀਟਸ ਹੁੰਦੇ ਨੇ, ਸਪੋਰਟਸ ਪੀਪਲ ਜਾਂ ਫਿਲਮ ਸਟਾਰਸ ਹੁੰਦੇ ਨੇ, ਹਮੇਸ਼ਾ ਆਪਣੀ ਹੈਲਥ ਦਾ ਬੜਾ ਖਿਆਲ ਰੱਖਦੇ ਨੇ। ਸੋ ਦੈਟਸ ਵਾਈ ਅਸੀਂ ਲਿਖ ਦਿੱਤਾ ਦੇ ਗੈਟ ਇੰਸਪਾਇਰਡ, ਮੋਟੀਵੇਟਿਡ ਹੁੰਦੇ ਨੇ, ਉਹ ਆਪਣੀ ਬੋਡੀ ਬਿਲਡਿੰਗ ਸਟਾਰਟ ਕਰਦੇ ਨੇ, ਫਿਟਨੈਸ ਵੱਲ ਧਿਆਨ ਦਿੰਦੇ ਨੇ, ਦੇ ਸਟੇਇੰਗ ਫਿਟ ਐਂਡ ਐਕਸਰਸਾਈਜ਼ ਕਰਨਾ ਸ਼ੁਰੂ ਕਰ ਦਿੰਦੇ ਨੇ। ਫॉर एग्जांपल ਆਪਾਂ ਲਿਖਾਂਗੇ ਦਿਸ, ਇੱਥੇ ਲਿਖੋਗੇ ਇਹ ਲਾਈਨ ਪ੍ਰੋਪਰ, ਦਿਸ ਇਜ਼ ਐਵੀਡੈਂਸਡ ਬਾय द फैक्ट दैट मैनी यंगस्टर्स, ध्यान रहे ਤੁਸੀਂ ਯੰਗਸਟਰਸ ਨੂੰ ਬਾਰ-ਬਾਰ ਜਾਂ ਯੂਥ ਜਾਂ ਯੰਗਸਟਰਸ ਨੂੰ ਇੰਟਰੋਡਿਊਸ ਕਰਨਾ ਹੈ, ਓਕੇ। ਮੈਨੀ ਯੰਗਸਟਰਸ ਜਿਹੜੇ ਹੁੰਦੇ ਨੇ
ਸਟਾਰਟ ਐਕਸਰਸਾਈਜ਼ਿੰਗ ਡੇਲੀ, ਇਹਨਾਂ ਨੇ ਸਿੱਧਾ ਲਿਖਿਆ ਸੀ ਸਟਾਰਟ ਐਕਸਰਸਾਈਜ਼ਿੰਗ, ਦੱਸਿਆ ਨਹੀਂ ਸੀ ਕੌਣ ਐਕਸਰਸਾਈਜ਼ ਸਟਾਰਟ ਕਰਦਾ। ਸੋ ਮੈਨੀ ਯੰਗਸਟਰ ਸਟਾਰਟ ਐਕਸਰਸਾਈਜ਼ਿੰਗ ਡੇਲੀ, ਐਕਸਰਸਾਈਜ਼ ਕਰਨਾ ਸ਼ੁਰੂ ਕਰ ਦਿੰਦੇ ਨੇ। ਐਕਸਰਸਾਈਜ਼ਿੰਗ ਕਿਉਂਕਿ ਉੱਪਰ ਪਹਿਲਾਂ ਆ ਗਿਆ ਸੀ, ਮੈਂ ਤੇ ਲਿਖਾਂਗਾ ਸਟਾਰਟ ਫਿਜ਼ੀਕਲ ਵਰਕਆਊਟ, ਉਹ ਥੋੜਾ ਜਿਹਾ ਚੇਂਜ ਕਰਕੇ ਲਿਖੋ, ਸਟਾਰਟ ਫਿਜ਼ੀਕਲ ਵਰਕਆਊਟ ਡੇਲੀ ਐਂਡ ਟੇਕ ਕੇਅਰ ਆਫ देयर डाइट, ਬਿਕਮਿੰਗ ਹੈਲਥ ਕੌਨਸ਼ੀਅਸ। ਕਿਉਂ ਕਰਦੇ ਨੇ ਆਪਾਂ ਲਿਖਾਂਗੇ, ਥੋੜਾ ਚੇਂਜ ਕਰਦੇ ਹਾਂ, ਥੋੜਾ ਮੋਡੀਫਾਈ ਕਰਦੇ ਹਾਂ। ਮੈਨੀ ਯੰਗਸਟਰ ਸਟਾਰਟ ਫਿਜ਼ੀਕਲ ਐਕਸਰਸਾਈਜ਼, ਫਿਜ਼ੀਕਲ ਵਰਕਆਊਟ ਐਂਡ ਬਿਕਮ ਹੈਲਥ ਕੌਨਸ਼ੀਅਸ, ਉਹ ਹੁੰਦੇ ਨੇ, ਕਿਉਂ ਹੁੰਦੇ ਨੇ, ਆਫਟਰ ਫੋਲੋਇੰਗ देयर ਰੋਲ ਮਾਡਲਸ, ਆਪਣੇ ਰੋਲ ਮਾਡਲਸ ਨੂੰ ਫੋਲੋ ਕਰਕੇ। ਠੀਕ ਹੈ, ਆਪਾਂ ਨੂੰ ਨਾਲ ਨਾਲ ਰੱਖਣਾ ਹੈ ਕਿ ਰੋਲ ਮਾਡਲਸ ਨੂੰ ਫੋਲੋ ਕਰਕੇ ਕਰਦੇ ਨੇ। ਦੱਸਿਆ ਨਹੀਂ ਨਾ ਇੱਥੇ ਕਿ ਕਿਉਂ ਕਰਦੇ ਨੇ, ਦੱਸ ਇੱਥੇ ਦੱਸ ਦੋ ਰੀਜ਼ਨ, ਕਿਉਂਕਿ ਉਹ ਇੱਧਰ ਕਰਕੇ ਕਰਦੇ ਨੇ। ਇੰਟਰਨ ਤੋਂ ਬਾਅਦ ਕੋਮਾ ਆਏਗਾ, ਦੋਸਤ ਜਿਹੜੇ ਕਲੈਕਟਿਵਲੀ ਵਰਡ ਲਿਖਦੇ ਆ ਉਹਨੂੰ ਛੱਡ ਦੋ, ਇੰਟਰਨ ਕੱਲਾ ਲਿਖਣਾ। ਇੰਟਰਨ ਦੀਸ ਬੈਨੀਫਿਟਸ ਬ੍ਰੌਡਨ देयर ਹੋਰਾਈਜ਼ਨਸ ਐਂਡ ਪਰਸਪੈਕਟਿਵਸ, देयर ਬਾय ਤੋਂ ਪਹਿਲਾਂ ਕੋਮਾ ਆਏਗਾ। ਮੈਂ ਬਾਰ-ਬਾਰ ਕਹਿੰਦਾ ਸਟੂਡੈਂਟਸ ਨੂੰ ਜਿਨ੍ਹਾਂ ਨੂੰ ਚੇਤਾ ਭੁੱਲਦਾ, ਯਾਦ ਰੱਖੋ, ਜਿੱਥੇ ਕੋਮਾ ਆਣਾ ਉਹ ਯਾਦ ਰੱਖੋ। ਵੈਲੀਡੇਟਿੰਗ ਦਾ ਪ੍ਰੋਫਾਊਂਡ ਬੈਨੀਫਿਟਸ ਆਫ ਅਡਾਪਟਿੰਗ ਦਾ ਲਾਈਫਸਟਾਈਲ ਆਫ ਫੇਮਸ ਫਿਲਮ ਸਟਾਰਸ, ਜਾਂ ਫਿਰ ਫੋਲੋਇੰਗ them ਜਾਂ ਟੇਕਿੰਗ them ਐਜ਼ देयर ਆਈਡਲ ਜਾਂ ਰੋਲ ਮਾਡਲ, ਤੁਸੀਂ ਇੱਦਾਂ ਵੀ ਲਿਖ ਸਕਦੇ ਹੋ। ਅਡਾਪਟਿੰਗ ਦਾ ਲਾਈਫਸਟਾਈਲ ਆਫ ਫਿਲਮ ਸਟਾਰਸ। Furthermore, it goes without saying that ਇਹ ਕੀ ਕਰਦੇ ਪਏ ਨੇ, ਕੰਟੀਨਿਊ ਕਰਦੇ ਪਏ ਨੇ ਐਸਐਸਏ ਨੂੰ। ਇਹਦੇ 'ਚ ਹੋਰ ਐਡਵਾਂਟੇਜ ਲਿਖਣ ਲੱਗੇ ਨੇ ਕਿ ਯੂਥ, ਜਿਹੜਾ ਯੂਥ ਹੁੰਦਾ ਹੈ, ਉਹ ਲਰਨ ਕਰ ਸਕਦਾ ਦ ਵੈਲਿਊ ਆਫ ਟਾਈਮ ਮੈਨੇਜਮੈਂਟ। ਹੁਣ ਇਹਦੇ ਵਿੱਚ ਵਰਡ ਆਣਗੇ ਤੁਹਾਡੇ ਉਹ ਵਾਲੇ, ਡੈਡੀਕੇਸ਼ਨ ਦੇ ਸਪੈਲਿੰਗ ਧਿਆਨ ਦਿਓ, ਗਲਤ ਲਿਖਿਆ DEDICA। ਸੋ ਕੀ ਕਹਿਣ ਲੱਗੇ ਆ ਆਪਾਂ, ਤੇ ਵਰਡਸ ਲਿਖਾਂਗੇ ਕਿ ਓਬਵੀਅਸਲੀ ਜਿਹੜਾ ਯੰਗਸਟਰਸ ਹੁੰਦੇ ਆ ਉਹ ਸਿੱਖਦੇ ਆ ਕਿ ਹਾਂ ਜਿਹੜੇ ਫੇਮਸ ਸੈਲੀਬ੍ਰਿਟੀਜ਼ ਬਣੇ ਆ ਉਹ ਇਦਾਂ ਦੇ ਬੰਦੇ ਨਹੀਂ, ਉਹਨਾਂ ਨੇ ਆਪਣੀ ਲਾਈਫ 'ਚ ਬੜਾ ਡਿਸਿਪਲਿਨ ਰੱਖਿਆ ਹੁੰਦਾ, ਡੈਡੀਕੇਸ਼ਨ ਹੁੰਦੀ ਹੈ, ਟਾਈਮ ਮੈਨੇਜਮੈਂਟ ਹੁੰਦੀ ਹੈ, ਤੇ ਯੰਗਸਟਰ ਸਿੱਖਦੇ ਆ ਕਿ ਉਹਨਾਂ ਨੂੰ ਪਤਾ ਲੱਗਦਾ ਕਿ ਇਹਨਾਂ ਦੀ ਸਾਡੀ ਜ਼ਿੰਦਗੀ 'ਚ ਵੈਲਿਊ ਹੈ। Time management, dedication, ambition, setting a goal, vision, a sense of responsibility and creativity from these social media personalities ਤੋਂ ਕੰਮ ਸਿੱਖਦੇ ਨੇ। ਫਿਰ ਅਗਲੀ ਲਾਈਨ ਤੁਹਾਨੂੰ ਪਤਾ ਹੀ ਹੈ, ਯਾਦ ਕਰੋ ਇਹ ਵਾਲੀ, ਠੀਕ ਹੈ। ਨੈਵਰਦਲੈਸ ਕ੍ਰਿਟਿਕਸ ਕਹਿੰਦੇ ਨੇ ਕਿ ਕੰਸਰਨਸ ਵੀ ਹੁੰਦੇ ਨੇ। ਕੰਸਰਨਸ ਕੀ ਕਹਿੰਦੇ, ਇਹ ਲਾਈਨ ਦਾ ਮਤਲਬ ਹੈ ਜਿਵੇਂ ਕਈ ਸਟੂਡੈਂਟਸ ਕਰਦੇ ਨੇ, ਔਨ ਦ ਅਦਰ ਹੈਂਡ देयर आर सम 네ਗੇਟਿਵ ਆਊਟਕਮਸ, ਉਹਦੀ ਇੱਕ ਐਡਵਾਂਸਡ ਲਾਈਨ ਹੈਗੀ ਹੈ, ਤੁਸੀਂ ਇਹ ਲਾਈਨ ਯੂਜ਼ ਕਰ ਸਕਦੇ ਹੋ, ਇਟ ਇਜ਼ ਐਡਵਾਂਸਡ ਵਰਜਨ। फॉर एग्जाम्पल यंगस्टर्स टीनेजर्स गेट मोटिवेटेड टुवर्ड्स कंज्यूमिंग अनहेल्दी, कुछ बच्चे कुछ की करते हैं यंगस्टर्स, उन्होंने वो फॉलो तो करते हैं अपने रोल मॉडल्स ਨੂੰ, बट ये रोल मॉडल्स कुछ ਨੈਗੇਟਿਵ ਐਡਵਰਟਾਈਜ਼ਮੈਂਟ ਕਰਦੇ ਪਏ ਨੇ, ਕੁਝ ਐਸੀ ਐਡਵਰਟਾਈਜ਼ਮੈਂਟ ਕਰਦੇ ਪਏ ਜਿਸ 'ਚ ਸ਼ਰਾਬ ਦੀ ਗੱਲ ਹੋ ਰਹੀ ਹੈ, ਅਨਹੈਲਦੀ ਫੂਡ ਪ੍ਰੋਡਕਟਸ ਕਰਦੇ ਪਏ, ਤੇ ਯੰਗਸਟਰਸ ਕੀ ਕਰਦੇ ਨੇ, ਉਹਨਾਂ ਨੂੰ ਫੋਲੋ ਕਰ ਸਮਝਦੇ ਕਿ ਆ ਰੀਅਲ ਲਾਈਫ 'ਚ ਵੀ ਇਹ ਫਿਲਮ ਸਟਾਰਸ ਖਾਂਦੇ ਹੋਣਗੇ, ਤੇ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਆ। ਸੋ ਜਿਸ ਤਰ੍ਹਾਂ ਦੇ ਗੈਟ ਮੋਟੀਵੇਟਿਡ ਟੁਵਰਡਸ ਕੰਜ਼ਿਊਮਿੰਗ ਅਨਹੈਲਦੀ ਐਲਕੋਹਲਿਕ ਪ੍ਰੋਡਕਟਸ ਇਫ ਦੇ ਰੋਲ ਮਾਡਲਸ ਐਂਡੋਰਸ ਸਚ ਐਡਵਰਟਾਈਜ਼ਮੈਂਟ, ਜੇ ਉਹਨਾਂ ਦੇ ਰੋਲ ਮਾਡਲ ਇਹੋ ਜਿਹੀ ਐਡਵਰਟਾਈਜ਼ਮੈਂਟ ਕਰਦੇ ਨੇ, ਜਾਂ ਐਂਡੋਰਸ ਦਾ ਮਤਲਬ ਹੁੰਦਾ ਉਸ ਐਡਵਰਟਾਈਜ਼ਮੈਂਟ ਨੂੰ ਕਰਨਾ, ਉਹ 'ਚ ਪਾਰਟਿਸਿਪੇਟ ਕਰਨਾ। ਜੇ ਨਹੀਂ ਵਰਡ ਯਾਦ ਹੁੰਦਾ ਤੁਸੀਂ ਲਿਖ ਸਕਦੇ ਹੋ ਇਫ ਦੇ ਰੋਲ ਮਾਡਲਸ ਪਾਰਟਿਸਿਪੇਟ ਇਨ ਸਚ ਐਡਵਰਟਾਈਜ਼ਮੈਂਟ ਜਾਂ ਡੂ ਸਚ ਐਡਵਰਟਾਈਜ਼ਮੈਂਟ। ਐਂਡੋਰਸ ਵੁੱਡ ਬੀ ਅ ਫਾਈਨ ਵਰਡ, ਇਹ ਥੋੜਾ ਕੋਲੋਕੇਸ਼ਨ ਹੁੰਦੀ ਹੈ। ਹਾਲਾਂਕਿ ਇਹ ਕੰਸਰਨ ਬੜਾ ਵੈਲਿਡ ਹੈ, ਇਟ ਫੇਲਸ ਟੂ ਐਕਨੋਲੇਜ ਦੈਟ ਇਹਨੂੰ ਠੀਕ ਕੀਤਾ ਜਾ ਸਕਦਾ ਹੈ। ਜਿਨ੍ਹਾਂ ਨੂੰ ਕਰਾਈ ਹੈ ਲਾਈਨ, ਇਹ 'ਚ ਕਰੈਕਟਿਵ ਵਰਡ ਕਰਨਾ, ਪ੍ਰੋਟੈਕਟਿਵ ਕਟਾ ਦਿੱਤਾ ਮੈਂ, ਤੇ ਜਿਨ੍ਹਾਂ ਦੀ ਓਲਦੋ ਵਾਲੀ ਲਾਈਨ ਹੈਗੀ ਹੈ ਓਲਦੋ ਵਾਲੀ ਕਰ ਸਕਦੇ ਆ, ਬਾਕੀ ਇਹ ਵਾਈਲ ਨਾਲ ਵੀ ਚੱਲ ਸਕਦੀ ਹੈ। ਆਲਸੋ ਉਸ ਲਾਈਨ ਦਾ ਐਡਵਾਂਸਡ ਵਰਜਨ ਆ, ਤੁਸੀਂ ਇਹ ਵੀ ਕਰ ਸਕਦੇ ਹੋ। ਇਨ ਕੰਕਲੂਜਨ, ਆਲਦੋ ਸਮ ਚੈਲੰਜਸ ਐਗਜ਼ਿਸਟ, ਦ ਐਡਵਾਂਟੇਜਸ ਆਫ ਕਾਪਿੰਗ ਦ ਲਾਈਫਸਟਾਈਲ ਆਫ ਸੋਸ਼ਲ ਮੀਡੀਆ ਸਟਾਰਸ। ਸੋ ਉਹਨਾਂ ਨੂੰ ਕਾਪੀ ਕਰਨ ਦਾ, ਕਾਪੀ ਨਾ ਕਰੋ, ਇੱਥੇ ਕਾਪੀ ਦਾ ਜੋ ਪੁਆਇੰਟ ਲਿਖਣਾ ਸੀ ਉੱਪਰ ਆਉਣਾ ਸੀ, ਪਰ ਇੱਥੇ ਕਾਪੀ ਨਹੀਂ ਕਰਾਂਗੇ, ਇੱਥੇ ਕਵਾਂਗੇ ਉਹੀ ਲਿਖੋ ਜੋ ਉੱਪਰ ਗੱਲ ਕੀਤੀ ਹੈ ਕਿ ਉਹਨਾਂ ਨੂੰ ਰੋਲ ਮਾਡਲ ਮੰਨਣਾ। ਸੋ ਦ ਐਡਵਾਂਟੇਜਸ ਆਫ ਕੰਸੀਡਰਿੰਗ सोशल मीडिया स्टार्स एंड ग्लैमरस, वर्ड की तो शायद आया नहीं, ग्लैमरस वाला वर्ड, ग्लैमरस सेलिब्रिटीज, सोशल मीडिया स्टार्स एंड ग्लैमरस सेलिब्रिटीज एज ਰੋਲ ਮਾਡਲ ਮੰਨਣਾ, ਇਹਨਾਂ ਨੂੰ ਰੋਲ ਮਾਡਲ ਮੰਨਣਾ, ਇਹਦਾ ਉਹਦੇ ਐਡਵਾਂਟੇਜਸ ਬਹੁਤ ਸਬਸਟੈਂਸ਼ੀਅਲ ਤੇ ਫਾਰ ਰੀਚਿੰਗ ਹੈਗੇ ਨੇ, ਤੇ ਇਹਨਾਂ ਦੇ ਐਡਵਾਂਟੇਜਸ ਨੂੰ ਡਿਸਐਡਵਾਂਟੇਜਸ ਨੂੰ ਆਊਟਵੇ ਕਰਦੇ ਨੇ। ਪਾਲਿਸੀ ਮੇਕਰ ਸ਼ੁੱਡ ਅਡਾਪਟ ਏ ਬੈਲੈਂਸਡ ਅਪਰੋਚ ਜਾਂ ਹੋਲਿਸਟਿਕ ਅਪਰੋਚ, ਚੱਲ ਜਾਏਗਾ ਵਰਡ ਤੁਹਾਡਾ, ਠੀਕ ਹੈ। ਹੋਲਿਸਟਿਕ ਅਪਰੋਚ, ਆਈ ਹੈਵ ਨਾਟ ਚੈੱਕਡ ਸਪੈਲਿੰਗ ਮਿਸਟੇਕਸ ਯੈਟ, ਇਹਨੂੰ ਸਬਮਿਟ ਕਰਦੇ ਆ, ਲੈਟਸ ਫਿਗਰ ਆਊਟ ਵਿਚ ਸਪੈਲਿੰਗ ਮਿਸਟੇਕਸ ਵੀ ਗੈਟ। ਬਾਕੀ ਕੋ ਓਵਰਆਲ ਆਈਡੀਆ ਪਤਾ ਲੱਗ ਗਿਆ, ਫਾਇਦੇ ਵੀ ਹੈ ਤੇ ਨੁਕਸਾਨ ਵੀ ਹੈ, ਦੋਨੋਂ ਪਾਸੇ ਆਪਾਂ ਲਿਖ ਸਕਦੇ ਹਾਂ। ਵਰਡਸ ਯਾਦ ਕਰੋ, ਸਾਡੇ ਵਰਡਸ ਬਹੁਤ ਜਗ੍ਹਾ ਕੰਮ ਆਉਂਦੇ ਜੋ ਜਿਹੜੇ ਬਤਾ ਦਿੱਤੇ ਨੇ। 87 ਸਕੋਰ ਇਜ਼ ਅ ਵੈਰੀ ਡੀਸੈਂਟ ਸਕੋਰ,
ਠੀਕ ਹੈ। ਹਾਊਐਵਰ देयर इज ਓਨਲੀ ਸਿੰਗਲ ਮਿਸਟੇਕ, ਯੰਗ ਜਨਰੇਸ਼ਨ ਕਹਿੰਦਾ ਯੰਗਰ ਲਿਖੋ, ਟੁਡੇਜ਼ ਯੰਗਰ ਜਨਰੇਸ਼ਨ ਕਹਿ ਰਿਹਾ, ਜਦ ਕਿ ਇੱਥੇ ਕੋਈ ਚੱਕਰ ਨਹੀਂ, ਯੰਗ ਜਨਰੇਸ਼ਨ ਵੀ ਚੱਲਦਾ, ਕੋਈ ਉਹ ਐਵੇਂ ਫਾਲਤੂ ਦੀ ਮਿਸਟੇਕ ਹੈ, ਕੋਈ ਮਿਸਟੇਕ ਨਹੀਂ, ਮੈਂ ਕੰਸੀਡਰ ਕਰਾਂਗਾ ਇਹਨੂੰ ਠੀਕ ਹੈਗਾ। ਠੀਕ ਹੈ ਜੀ। ਸੋ ਇਹ ਐਸੇ ਚੈਕਿੰਗ ਸੀ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਇਹਨੂੰ ਵੀਡੀਓ ਨੂੰ 2-3 ਵਾਰੀ ਦੇਖ ਸਕਦੇ ਹੋ ਦੁਬਾਰਾ, ਅੰਡਰਸਟੈਂਡਿੰਗ ਕਰੋ। ਇਹ ਮੈਂ ਈਮੇਲ ਵੀ ਕਰ ਰਿਹਾ ਸਾਰਿਆਂ ਨੂੰ। ਥੈਂਕਸ।